ਸ਼ਲੋਕ ਮਹਿਲਾ ਪੰਜਵਾਂ। ਪਾਰ ਬ੍ਰਹਮ ਫੁਰਮਾਇਆ, ਮੀਂਹ ਉੱਠਾ ਸਹਿਜ ਸੁਭਾਏ। ਅੰਨ ਧਨ ਬਹੁਤ ਉਪਜਿਆ, ਪ੍ਰਿਥਵੀ ਰੱਜੀ ਤਿਪਤ ਅਘਾਏ। ਸਦਾ ਸਦਾ ਗੁਣ ਉਚਰੈ, ਦੁਖ ਦਾਲਦ ਗਿਆ ਬਿਲਾਏ। ਪੂਰਬ ਲਿਖਿਆ ਪਾਇਆ, ਮਿਲਿਆ ਤਿਸੈ ਰਜ਼ਾਏ। ਪਰਮੇਸ਼ਰ ਜੀਵਾਲਿਆ, ਨਾਨਕ ਤਿਸੈ ਧਿਆਏ। ਮਹਿਲਾ ਪੰਜਵਾਂ। ਜੀਵਨ ਪਦ ਨਿਰਵਾਣ, ਇੱਕੋ ਸਿਮਰੀਐ। ਦੂਜੀ ਨਾਹੀ ਜਾਏ, ਕਿਨ ਬਿਦ ਧੀਰੀਐ। ਡਿਠਾ ਸਭ ਸੰਸਾਰ, ਸੁਖ ਨਾ ਨਾਮ ਬਿਨ। ਤਨ ਤਨ ਹੋਸੀ ਛਾਰ, ਜਾਣੇ ਕੋਇ ਜਨ। ਰੰਗ ਰੂਪ ਰਸ ਬਾਦ, ਕਿ ਕਰੈ ਪਰਾਣੀਆਂ। ਜਿਸ ਪੁਲਾਏ ਆਪ, ਤਿਸ ਕਲ ਨਹੀਂ ਜਾਣੀਆਂ। ਰੰਗ ਰਤੇ ਨਿਰਵਾਣ, ਸੱਚਾ ਗਾਵਈ। ਨਾਨਕ ਸ਼ਰਨ ਦੁਆਰ, ਜੇ ਤੁਧ ਭਾਵਈ। ਪੌੜੀ। ਜੰਮਣ ਮਰਨ ਨ ਤਿਨ ਕੋ, ਜੋ ਹਰਿ ਲੜ ਲਾਗੇ। ਜੀਵਤ ਸੇ ਪਰਵਾਨ ਹੋਏ, ਹਰ ਕੀਰਤਨ ਜਾਗੇ। ਸਾਧੂ ਸੰਗ ਜਿਨ ਪਾਇਆ, ਸੇਈ ਵਡ ਭਾਗੇ। ਨਾਇ ਵਿਸਰਿਐ ਤ੍ਰਿਗ ਜੀਵਣਾ, ਟੂਟੇ ਕਚ ਧਾਗੇ। ਨਾਨਕ ਧੂੜ ਪੁਨੀਤ ਸਾਧ, ਲਖ ਕੋਟ ਪਿਰਾਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀਓ, ਗੁਰਬਾਣੀ ਨੂੰ ਸਮਝਣ ਅਤੇ ਵਿਚਾਰਨ ਵਾਸਤੇ ਸਾਨੂੰ ਗੁਰੂ ਸਾਹਿਬਾਨ ਦੇ ਪਵਿੱਤਰ ਜੀਵਨ ਇਤਿਹਾਸ ਤੋਂ ਵੀ ਜਾਣੂ ਹੋਣਾ ਪਵੇਗਾ। ਇਹ ਮੈਂ ਦੇਖਦਾ ਹਾਂ ਕਿ ਬਹੁਤ ਸਾਰੇ ਟੀਕਾਕਾਰ ਗੁਰਬਾਣੀ ਦੇ ਅਰਥ ਕਰਨ ਵੇਲੇ ਕਿਸੇ ਸਾਖੀ ਜਾਂ ਕਿਸੇ ਉਥਾਨਕਾ ਨੂੰ ਬਿਲਕੁਲ ਇਗਨੋਰ ਕਰ ਦਿੰਦੇ ਹਨ, ਪਰ ਗੁਰਬਾਣੀ ਦੀ ਵਿਚਾਰ ਕਰਦਿਆਂ ਸਮਝ ਆਉਂਦੀ ਹੈ ਕਿ ਗੁਰੂ ਮਹਾਰਾਜ ਨੇ ਸਮੇਂ-ਸਮੇਂ ਪਰਮਾਤਮਾ ਦੇ ਚਰਨਾਂ ਵਿੱਚ ਆਪ ਵੀ ਅਰਦਾਸ ਕੀਤੀ ਹੈ, ਪਰ ਉਸ ਅਰਦਾਸ ਦੀ ਮਹੱਤਤਾ ਨੂੰ ਸਮਝਣ ਵਾਸਤੇ ਸਾਨੂੰ ਗੁਰੂ ਮਹਾਰਾਜ ਦੇ ਜੀਵਨ ਇਤਿਹਾਸ ਨੂੰ ਪੜ੍ਹਨਾ ਪਵੇ। ਜਿਵੇਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਵਿੱਚ ਕਿੰਨੀਆਂ ਐਸੀਆਂ ਘਟਨਾਵਾਂ ਸ਼ਾਮਲ ਹਨ ਜਿਨ੍ਹਾਂ ਸੰਬੰਧੀ ਪਾਤਸ਼ਾਹ ਨੇ ਅਰਦਾਸ ਵੀ ਕੀਤੀ ਤਥਾ ਸੰਗਤ ਨੂੰ, ਸਿੱਖਾਂ ਨੂੰ ਪ੍ਰੇਰਿਆ ਵੀ, ਬਈ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ। ਕਾਰਜ ਦੇ ਸਵਾਰ ਸਤਿਗੁਰ ਸਚ ਸਾਖੀ। ਇਹ ਠੀਕ ਹੈ ਕਿ ਅਸੀਂ ਦੁਨੀਆਦਾਰ ਗ੍ਰਸਤੀ ਲੋਕ ਹਾਂ, ਸਮੇਂ-ਸਮੇਂ ਲੋੜਾਂ ਵੀ ਪੈਂਦੀਆਂ ਹਨ ਅਤੇ ਪਰਮਾਤਮਾ ਦੇ ਚਰਨਾਂ ਵਿੱਚ ਅਸੀਂ ਅਰਦਾਸ ਵੀ ਕਰਦੇ, ਕਿਉਂਕਿ ਸਿੱਖ ਧਰਮ ਦੇ ਅੰਦਰ ਅਰਦਾਸ ਦੀ ਬੜੀ ਮਹੱਤਤਾ ਹੈ। ਅੱਜ ਵੀ ਅਸੀਂ ਹਰ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਅਰਦਾਸ ਕਰਦੇ ਹਾਂ, ਹਰ ਕਾਰਜ ਕਰਨ ਤੋਂ ਪਹਿਲਾਂ ਵੀ ਅਰਦਾਸ ਕਰਦੇ ਹਾਂ। ਤੋ ਹੁਣ ਇੱਥੇ ਜੋ ਸ਼ਲੋਕ ਸਨਮੁਖ ਆਇਆ, ਵਿਚਾਰ ਕਰਦੇ ਹਾਂ, ਜਿਸ ਦਾ ਪਾਠ ਆਪ ਜੀ ਨੇ ਸ਼ਰਮਨ ਕਰ ਲਿਆ। ਸ਼ਲੋਕ ਮਹਿਲਾ ਪੰਜਵਾਂ। ਪਾਰ ਬ੍ਰਹਮ ਫੁਰਮਾਇਆ, ਮੀਂਹ ਉੱਠਾ ਸਹਿਜ ਸੁਭਾਏ।
ਹੁਣ ਜੇ ਅਸੀਂ ਇਸ ਦੀ ਉਥਾਨਕਾ ਵਿੱਚ ਇੱਕ ਸਾਖੀ ਪੜ੍ਹੀ ਹੈ ਕਿ ਇੱਕ ਵਾਰੀ ਮੀਂਹ ਨਾ ਪੈਣ ਕਰਕੇ ਔੜ ਲੱਗ ਗਈ, ਕਾਲ ਵਰਗੀ ਅਵਸਥਾ ਬਣ ਗਈ। ਸੰਗਤਾਂ ਨੇ ਰਲ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਮਹਾਰਾਜ ਮੀਂਹ ਨਾ ਪੈਣ ਕਰਕੇ ਸਾਰੀ ਧਰਤੀ ਦੀ ਦਸ਼ਾ ਬਦਲ ਗਈ ਹੈ। ਹਰ ਫਸਲ, ਹਰ ਫਲ ਫੁੱਲ ਸੁੱਕਣ ਲੱਗ ਪਏ ਔਰ ਜੀਵ ਜੰਤ ਸਾਰੇ ਦੁਖੀ ਹੋ ਗਏ। ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਫਰਮਾਇਆ, ਜਾਓ ਸਾਧ ਸੰਗਤ ਜੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਉਸ ਵਾਹਿਗੁਰੂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰੋ। ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰਨਗੇ। ਸੰਗਤ ਨੇ ਗੁਰੂ ਕਾ ਬਚਨ ਮੰਨ ਕੇ ਅਰਦਾਸ ਕੀਤੀ ਤੇ ਅਰਦਾਸ ਕਦੇ ਅਜਾਈ ਨਹੀਂ ਜਾਂਦੀ। ਕਿਸੇ ਨੇ ਠੀਕ ਕਿਹਾ ਹੈ, खुदा मंजूर करता है दुआ जब दिल से होती है, पर मुश्किल तो ये है कि ये मुश्किल से होती है। वागुरू ते सदा साड़ियाँ अरदासां सुनदा और सिख धर्म विच अरदास की महत्ता भी बड़ी है। तो गुरु महाराज का बचन मन के संगत ने सचखंड श्री हरिमंदर साहिब जाके अरदास की ते कुछ समय बाद ऐसी परमात्मा की किरपा हुई कि आकाश विच बदल आ गए और मींह बड़ा मूसलेधार बरसिया। नतीजे वजों धरती की सारी तपश मुक गई और धरती की जदों तपश मुकी, जिहड़ियां फसलां सुक रही सन, मुरझा गई सन, वो हरियां भरियां हो गई। गुरु अर्जन देव पातशाह ने फरमाया, पार ब्रह्म फरमाया। हुण इत्थे पार ब्रह्म दे मम्मे नूं सिहारी है। पार ब्रह्म ने जदों हुक्म किया, क्योंकि साडे कोल ते होर कोई आसरा ही नहीं। अज भी मैं देखता हाँ कोरोना वायरस दे नाल दुनिया कितनी परेशान हो गई है। साडे कोल हुण अरदास तो बिना होर कोई चारा ही नहीं। गुरबाणी सानू फरमांदी है कि जी की बिरथा होए सो गुर पे अरदास कर, जगत जलंदा रख ले अपनी किरपा धार, जित द्वारे उभरै तितै ले उबार। जदों वो अरदास सुन लैंदा फिर पार ब्रह्म फरमाया, पार ब्रह्म ने हुक्म कर दिता, मींह उठा सहज सुभाए। सहज सुभाए का मतलब है सुते सिद्ध, क्योंकि ਉਹਦੇ हुक्म अंदर है। गुरबाणी ते कहंदी हुक्म है अंदर सब को, बाहर हुक्म ना कोई। मींह पै गया, बुठा का मतलब वस गया, सहज सुभाए सुते सिद्ध। ते जदों धरती ते लोड़ वेले मींह पै जाए फिर अन्न धन बहुत उपजिया। धरती विचों अन्न भी बहुत पैदा होए और अन्न होवेगा ते धन होवेगा। पृथ्वी रजी तिप्त अघाए। धरती जिहड़ी सी जिसनूं पानी की प्यास लगी थी वो तिप्त हो गई। एक पक्ष है जिहड़ा सानू प्रमाण दे के समझाया गया। आखा इस तरह जिहड़ा मनुख, जिहड़ा प्राणी उस परमात्मा दे नाम का सिमरन करेगा, सदा सदा गुण उचरै, दुख दालद गया बिलाए। जिहड़ा हमेशा हमेशा उस परमात्मा दे गुणां नूं उचरेगा, उहदी सिफत सलाह करेगा, उहदा हर तरह का दुख ते दलिदर गया बिलाए दूर हो जाए। क्योंकि गुरबाणी गुरु जी तो सानू चेतन करते हैं, कहते हैं प्यारिओ परमेश्वर ते भुलिया व्यापन सबे रोग, वेम को होए राम ते लगन जन्म विजोग। असी अपनिया चतुराइयां ते सियाणपां करके परमात्मा दे सिमरन करन तो अवेसले हो जाने
ਔਰ ਅਸੀਂ ਆਪਣੀਆਂ ਮਨਮਾਨੀਆਂ ਕਰਨ ਲੱਗ ਪੈਂਦੇ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਪ੍ਰੇਮੀ ਸਦਾ ਸਦਾ ਗੁਣ ਉਚਰੈ, ਦੁਖ ਦਾਲਦ ਗਿਆ ਬਿਲਾਏ। ਕਿਤਨੇ ਗੁਰਬਾਣੀ ਵਿੱਚ ਐਸੇ ਸ਼ਬਦ ਹਨ ਜਿਨ੍ਹਾਂ ਵਿੱਚ ਮਹਾਰਾਜ ਸਾਨੂੰ ਇਹ ਪ੍ਰੇਰਨਾ ਕਰਦੇ, ਭਾਈ ਉਸ ਪਰਮਾਤਮਾ ਦੇ ਗੁਣ ਗਾਇਆ ਕਰੋ, ਉਸ ਨੂੰ ਉੱਠਦਿਆਂ ਬਹਿੰਦਿਆਂ ਚੇਤੇ ਕਰਿਆ ਕਰੋ। ਮਾਗ ਮਜਨ ਸੰਗ ਸਾਧੂਆਂ, ਧੂੜੀ ਕਰੇ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰਦਾਨ। ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਪਰਮਾਤਮਾ ਦਾ ਸਿਮਰਨ ਜਿੱਥੇ ਸਾਡੇ ਦੁੱਖਾਂ ਨੂੰ ਕੱਟਦਾ ਹੈ, ਉੱਥੇ ਸਾਨੂੰ ਹੋਰ ਦੈਵੀ ਗੁਣ ਚੰਗੇ ਵੀ ਬਖਸ਼ਦਾ। ਤੂੰ ਸਦਾ ਸਦਾ ਗੁਣ ਉਚਰੈ, ਦੁਖ ਦਾਲਦ ਗਿਆ ਬਿਲਾਏ। ਪੂਰਬ ਲਿਖਿਆ ਪਾਇਆ, ਮਿਲਿਆ ਤਿਸੈ ਰਜ਼ਾਏ। ਆਖਿਆ ਜਿਨ੍ਹਾਂ ਉੱਤੇ ਵਾਹਿਗੁਰੂ ਦੀ ਕਿਰਪਾ ਹੁੰਦੀ, ਜਿਨ੍ਹਾਂ ਦੇ ਪੂਰਬਲੇ ਜਨਮ ਦੇ ਕੀਤੇ ਹੋਏ ਚੰਗੇ ਕਰਮਾਂ ਕਰਕੇ ਉਹਨਾਂ ਦੇ ਮੱਥੇ ਤੇ ਲਿਖਿਆ ਹੁੰਦਾ, ਮਿਲਿਆ ਤਿਸੈ ਰਜ਼ਾਏ। ਉਸ ਪਰਮਾਤਮਾ ਦੀ ਰਜ਼ਾ ਵਿੱਚ ਉਹਨਾਂ ਨੂੰ ਇਹ ਨਾਮ ਦੀ ਦਾਤ ਮਿਲਦੀ ਹੈ, ਤਥਾ ਉਹ ਪਰਮੇਸ਼ਵਰ ਦੇ ਸਿਮਰਨ ਵਿੱਚ ਜੁੜਦੇ ਨੇ। ਤੇ ਪਰਮੇਸ਼ਵਰ ਜੀ ਵਾਲਿਆ, ਨਾਨਕ ਤਿਸੈ ਧਿਆਏ। ਨਾਨਕ ਜੀ ਫਰਮਾਉਂਦੇ ਨੇ, ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਹਨ, ਪਰਮੇਸ਼ਰ ਦੇ ਰਾਰੇ ਨੂੰ ਸਿਹਾਰੀ ਹੈ। ਪਰਮੇਸ਼ਵਰ ਨੇ ਉਹਨਾਂ ਜੀਵਾਂ ਨੂੰ ਜੀਵਾਲਿਆ, ਜੀਵਨ ਦਾਨ ਦਿੱਤਾ ਹੈ। ਭਾਵ ਉਹਨਾਂ ਦੇ ਅੰਦਰ ਉਹ ਦੈਵੀ ਗੁਣ ਪੈਦਾ ਹੋ ਜਾਂਦੇ ਹਨ। ਇਸ ਲਈ ਨਾਨਕ ਜੀ ਫਰਮਾਉਂਦੇ ਨੇ, ਮੈਂ ਵੀ ਉਸ ਮਾਲਕ ਨੂੰ ਯਾਦ ਕਰਦਾ ਹਾਂ, ਤਥਾ ਸਾਨੂੰ ਭਾਈ ਉਸ ਦਾ ਸਿਮਰਨ ਕਰਨਾ ਚਾਹੀਦਾ ਹੈ। ਮਹਿਲਾ ਪੰਜਵਾਂ, ਜੀਵਨ ਪਦ ਨਿਰਵਾਣ ਇੱਕੋ ਸਿਮਰੀ ਹੈ। ਜੀਵਨ ਪਦ, ਅਸਲੀ ਜ਼ਿੰਦਗੀ ਦੀ ਜੇ ਪਦਵੀ ਨੂੰ ਪ੍ਰਾਪਤ ਕਰਨਾ ਤਾਂ ਫਿਰ ਕੀ ਕਰੀਏ? ਉਹ ਪਰਮਾਤਮਾ ਜੋ ਵਾਸ਼ਨਾ ਰਹਿਤ ਹੈ, ਉਹਦਾ ਸਿਮਰਨ ਕਰੀਏ। ਸਾਨੂੰ ਤੇ ਗੁਰੂ ਮਹਾਰਾਜ ਦੀ ਬਾਣੀ ਇਹੋ ਸਮਝਾ ਰਹੀ ਕਿ ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਹਾਂ, ਸਿਮਰਨ ਕਰੀਏ, ਦਿਖਾਵਾ ਨਾ ਕਰੀਏ। ਬਹੁਤੇ ਲੋਕ ਸਿਮਰਨ ਦਾ ਦਿਖਾਵਾ ਕਰਦੇ, ਇਸੇ ਲਈ ਭਗਤ ਕਬੀਰ ਜੀ ਨੂੰ ਕਹਿਣਾ ਪਿਆ, ਕਬੀਰ ਰਾਮ ਕਹਿਨ ਮੈਂ ਭੇਦ ਹੈ, ਤਾਂ ਮੈਂ ਏਕ ਵਿਚਾਰ, ਸੋਈ ਰਾਮ ਸਭੈ ਕਹਿ, ਸੋਈ ਕੌਤਕਹਾਰ। ਕਈ ਵਾਰ ਦੇਖਿਆ ਕਿ ਲੋਕ ਬਹੁਤ ਵਾਰੀ ਉੱਚੀ ਉੱਚੀ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਕਰਦੇ ਨੇ, ਪਰ ਜੇ ਉਸ ਨੂੰ ਅੰਦਰਲੇ ਮਨੋਂ ਨਾ ਕਰੀਏ ਤੇ ਪਰਮਾਤਮਾ ਤੇ ਅੰਤਰਜਾਮੀ ਹੈ। ਇਸ ਲਈ ਮਹਾਰਾਜ ਕਹਿੰਦੇ ਨੇ, ਭਾਈ ਉਹ ਪਰਮਾਤਮਾ ਜੋ ਨਿਰਵਾਣ ਹੈ, ਜੋ ਵਾਸ਼ਨਾ ਰਹਿਤ ਹੈ, ਉਸ ਇੱਕ ਦਾ ਸਿਮਰਨ ਕਰਨਾ ਕਰੀਏ। ਫਿਰ ਜੀਵਨ ਦੀ ਅਸਲ ਪਦਵੀ, ਅਸਲ ਉਹ ਉੱਚ ਦਰਜਾ ਪ੍ਰਾਪਤ ਹੋ ਜਾਂਦਾ। ਜੀਵਨ ਪਦ ਨਿਰਵਾਣ ਇੱਕੋ ਸਿਮਰੀ ਹੈ, ਦੂਜੀ ਨਾਹੀ ਜਾਏ, ਕਿਨ ਬਿਦ ਧੀਰੀ ਹੈ। ਉਹਦੇ ਤੋਂ ਬਿਨਾਂ ਹੋਰ ਦੂਜੀ ਕੋਈ ਜਗ੍ਹਾ ਹੀ ਨਹੀਂ ਹੈ। ਦੇਖੋ, ਭਾਵੇਂ ਨਾਸਤਕ ਲੋਕ ਨੇ, ਭਾਵੇਂ ਆਸਤਕ ਨੇ, ਜਦੋਂ ਪੀੜਾ ਬਣਦੀ ਹੈ ਫਿਰ ਉਸ ਪਰਮਾਤਮਾ ਨੂੰ ਯਾਦ ਕਰਦੇ ਨੇ, ਫਿਰ ਉਹਦੇ ਅੱਗੇ ਦੁਹਾਈ ਤੇ ਅਰਦਾਸਾਂ ਕਰਦੇ ਨੇ। ਤੇ ਕਬੀਰ ਜੀ ਵਰਗੀ ਮਹਾਨ ਆਤਮਾ ਨੇ ਕਿਹਾ, ਭਾਈ ਜਿਹੜੇ ਪਰਮਾਤਮਾ ਨੂੰ ਕੰਮ ਪੈਣ ਤੇ ਯਾਦ ਕਰਦੇ, ਉਹਨੂੰ ਰੋਜ਼ ਯਾਦ ਕਰੋ। ਕਬੀਰ ਕਾਮ ਪਰੇ ਹਰ ਸਿਮਰੀਐ, ਐਸਾ ਸਿਮਰੋ ਨਿਤ, ਅਮਰਾਪੁਰ ਬਾਸਾ ਕਰੋ, ਹਰ ਗਿਆ ਬਹੋਰੈ ਬਿਤ। ਆਖਿਆ ਜਿਸ ਪਰਮਾਤਮਾ ਨੂੰ ਕੰਮ ਪੈਣ ਤੇ ਯਾਦ ਕਰਦੇ, ਉਹਨੂੰ ਨਿਤਾ ਪ੍ਰਤੀ ਯਾਦ ਕਰੋ। ਨਿਤਾ ਪ੍ਰਤੀ ਯਾਦ ਕਰਨ ਦੇ ਨਾਲ ਤੁਹਾਡੀ ਜਿਹੜੀ ਡਾਵਾਂ ਡੋਲਤਾ ਮੁੱਕ ਜਾਏਗੀ, ਔਰ ਜਿਹੜੇ ਦੈਵੀ ਗੁਣ ਅਸੀਂ ਗਵਾ ਬੈਠੇ ਹਾਂ ਉਹ ਵਾਪਸ ਆ ਜਾਣਗੇ। ਅੱਜ ਕੀ ਹੋ ਰਿਹਾ? ਮਨੁੱਖ ਦਾ ਵੈਰੀ ਬਣ ਰਿਹਾ।
ਇੱਕ ਦੇਸ਼ ਦੂਜੇ ਦੇਸ਼ ਦੀ ਬੁਰਾਈ ਤੱਕ ਰਿਹਾ। ਇਸ ਭਾਵਨਾ ਨੇ ਸਾਰਿਆਂ ਨੂੰ ਦੁਖੀ ਕਰ ਦਿੱਤਾ। ਪਰ ਯਾਦ ਰੱਖੋ, ਪਰਮਾਤਮਾ ਦਾ ਸਿਮਰਨ ਹੀ ਸਾਨੂੰ ਇਹਨਾਂ ਮੁਸ਼ਕਲਾਂ ਵਿੱਚੋਂ ਕੱਢ ਸਕਦਾ ਤੇ ਸਮਤ ਬਖਸ਼ਦਾ। ਦੂਜੀ ਨਾਹੀਂ ਜਾਏ ਕਿਨ ਬਿਦ ਧੀਰੀ ਹੈ। ਹੋਰ ਦੂਜਾ ਟਿਕਾਣਾ ਕੋਈ ਹੈ ਹੀ ਨਹੀਂ। ਕਿਨ ਬਿਦ ਧੀਰੀ ਹੈ, ਕਿਹੜਾ ਤਰੀਕਾ ਹੈ ਜਿਹਦੇ ਨਾਲ ਮਨ ਵਿੱਚ ਧੀਰਜ ਆਵੇ। ਹੋਰ ਕੋਈ ਆਸਰਾ ਹੈ ਹੀ ਨਹੀਂ, ਕਿਉਂਕਿ ਵਾਹਿਗੁਰੂ ਜੀ ਸਰਬ ਕਲਾ ਸਮਰੱਥ ਨੇ। ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੀਂ, ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ। ਸੁਣ ਕੇ ਜਮ ਕੇ ਦੂਤ ਨਾਹੀਂ ਤੇਰੇ ਛੱਡ ਜਾਏ। ਜੀਵਨ ਪਦ ਨਿਰਵਾਣ ਇੱਕੋ ਸਿਮਰੀ ਹੈ, ਦੂਜੀ ਨਾਹੀਂ ਜਾਏ ਕਿਨ ਬਿਦ ਧੀਰੀ ਹੈ। ਡਿਠਾ ਸਭ ਸੰਸਾਰ ਸੁਖ ਨਾ ਨਾਮ ਬਿਨ। ਆਖਿਆ ਸਾਰੇ ਸੰਸਾਰ ਨੂੰ ਚੰਗੀ ਤਰ੍ਹਾਂ ਪੜਚੋਲ ਕਰਕੇ ਦੇਖ ਰਿਹਾ, ਨਾਮ ਤੋਂ ਬਿਨਾਂ ਕਿਧਰੇ ਸੁੱਖ ਨਹੀਂ। ਬਹੁਤੇ ਪਦਾਰਥਾਂ ਵਾਲੇ, ਬਹੁਤੀ ਐਸ਼ੋ ਇਸ਼ਰਤ ਮਾਣਨ ਵਾਲੇ ਵੀ ਦੁਖੀ ਨੇ। ਕਹਿਣ ਦਾ ਮਤਲਬ ਇੱਕ ਨਾਮ ਦੇ ਵਿੱਚ ਹੀ ਸੱਚਾ ਤੇ ਸਦੀਵੀ ਸੁੱਖ ਹੈ। ਤਨ ਤਨ ਹੋਸੀ ਛਾਰ ਜਾਣੈ ਕੋਏ ਜਨ। ਆਖਿਆ ਕਿਸੇ ਭਾਗਾਂ ਵਾਲੇ ਨੂੰ, ਸਿਮਰਨ ਕਰਨ ਵਾਲੇ ਨੂੰ ਸਮਝ ਆਉਂਦੀ ਹੈ ਕਿ ਇਹ ਸਰੀਰ, ਇਹ ਧਨ ਦੌਲਤ, ਇਹ ਜਿਹਦੇ ਕਰਕੇ ਅਸੀਂ ਐਸ਼ੋ ਇਸ਼ਰਤ ਮਾਣ ਰਹੇ ਹਾਂ ਤੇ ਪਰਮਾਤਮਾ ਨੂੰ ਭੁੱਲ ਰਹੇ ਹਾਂ। ਬਾਦਸ਼ਾਹ ਤੇ ਫਰਮਾਉਂਦੇ ਨੇ, ਕਤਕ ਕਰਮ ਕਮਾਵਣੇ ਦੋਸ਼ ਨ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਵੇ ਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਵਿੱਚ ਨਾ ਕੋਈ ਕਰ ਸਕੈ ਕਿਸ ਤੈ ਰੋਵੈ ਰੋਜ। ਕੀਤਾ ਕਿਛੂ ਨਾ ਹੋਵਈ ਲਿਖਿਆ ਤੁਰ ਸੰਜੋਗ। ਵੱਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ। ਨਾਨਕ ਕੋ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ। ਕਤਕ ਹੋਵੇ ਸਾਧ ਸੰਗ ਬਿਨ ਸਹਿ ਸਭੇ ਸੋਚ। ਤੋ ਜਿਨ੍ਹਾਂ ਉੱਤੇ ਪਰਮਾਤਮਾ ਦੀ ਕਿਰਪਾ ਹੁੰਦੀ, ਉਹਨਾਂ ਨੂੰ ਇਹ ਸਮਝ ਆ ਜਾਂਦੀ ਹੈ ਕਿ ਤਨ ਧਨ ਹੋਸੀ ਛਾਰ ਜਾਣੈ ਕੋਏ ਜਨ। ਰੰਗ ਰੂਪ ਰਸ ਬਾਦ ਕੇ ਕਰੇ ਪ੍ਰਾਣੀਆਂ। ਹੇ ਪ੍ਰਾਣੀ, ਆਪਣੇ ਮਨ ਵਿੱਚ ਵਿਚਾਰ ਕੇ ਦੇਖ, ਇਹ ਜਿਨ੍ਹਾਂ ਚੀਜ਼ਾਂ ਉੱਤੇ ਤੂੰ ਲੁਭਾਇਮਾਨ ਹੋ ਰਿਹਾ, ਰੰਗ ਤੇ ਰੂਪ ਤੇ ਰਸਾਂ ਤੇ, ਇਹਨਾਂ ਖਾਣ ਪੀਣ ਦੀਆਂ ਚੀਜ਼ਾਂ ਵਿੱਚ ਬੰਦੇ ਮਸਤ ਹੋ ਜਾਂਦੇ। ਜੇ ਕਿਸੇ ਨੂੰ ਪ੍ਰੇਰਨਾ ਕਰੋ, ਸਮਝਾਓ, ਆਖਣਗੇ ਛੱਡੋ ਜੀ, ਤੁਹਾਨੂੰ ਕੀ ਪਤਾ, ਇਹ ਰਸ ਤੁਸੀਂ ਕਦੇ ਮਾਣਿਆ, ਇਹ ਦਿਨ ਫਿਰ ਕਦੇ ਮੁੜ ਕੇ ਆਉਣੇ ਨੇ। ਬਸ ਇਹੋ ਜਿਹੀਆਂ ਗੱਲਾਂ ਕਰਕੇ ਅਸੀਂ ਆਪਣੇ ਆਪ ਨੂੰ ਗਲਤ ਰਸਤੇ ਤੋਰ ਲੈਂਦੇ। ਪਰ ਪਾਤਸ਼ਾਹ ਕਹਿੰਦੇ ਰੰਗ ਰੂਪ ਰਸ ਬਾਦ ਇਹ ਸਭ ਫਜ਼ੂਲ ਹਨ। ਕਿ ਕਰੇ ਪ੍ਰਾਣੀਆਂ, ਇਹਨਾਂ ਨੂੰ ਕੀ ਕਰੇਗਾ, ਇਹਨਾਂ ਵਿੱਚ ਫਸ ਕੇ ਤੂੰ ਗਲਤ ਰਸਤੇ ਤੁਰ ਰਿਹਾ। ਫਿਰ ਪਾਤਸ਼ਾਹ ਆਪ ਹੀ ਕਹਿੰਦੇ ਨੇ ਇਹਨਾਂ ਦੇ ਵੱਸ ਵੀ ਕੁਝ ਨਹੀਂ। ਜਿਸ ਭੁਲਾਏ ਆਪ ਤਿਸ ਕੱਲ ਨਹੀਂ ਜਾਣੀਆਂ। ਜਿਨ੍ਹਾਂ ਨੂੰ ਪਰਮਾਤਮਾ ਨੇ ਆਪ ਹੀ ਭੁਲਾ ਦਿੱਤਾ, ਭਟਕਾ ਦਿੱਤਾ ਹੈ, ਤਿਸ ਕੱਲ ਨਹੀਂ ਜਾਣੀਆਂ। ਹੁਣ ਇਸ ਕੱਲ ਦੇ ਅਰਥ ਵਿਦਵਾਨਾਂ ਨੇ ਵੱਖ ਵੱਖ ਕੀਤੇ ਨੇ। ਕੱਲ ਦਾ ਮਤਲਬ ਹੈ ਉਹ ਕਲਾ, ਪਰਮਾਤਮਾ ਨਾਲ ਜੁੜਨ ਦੀ ਯੁਕਤੀ ਉਹਨਾਂ ਨੂੰ ਸਮਝ ਨਹੀਂ ਆਉਂਦੀ। ਤਸਾ ਜਿਸ ਕਲਾ ਸ਼ਕਤੀ ਦੇ ਨਾਲ ਅਸੀਂ ਸਾਰੇ ਜੀਵ ਜੀ ਰਹੇ ਹਾਂ, ਉਹਨੂੰ ਸਮਝ ਹੀ ਨਹੀਂ ਆਉਂਦੀ। ਜਿਸ ਭੁਲਾਏ ਆਪ ਤਿਸ ਕੱਲ ਨਹੀਂ ਜਾਣੀਆਂ। ਰੰਗ ਰਤੇ ਨਿਰਵਾਣ ਸੱਚਾ ਗਾਵਈ। ਪਰ ਜਿਨ੍ਹਾਂ ਉੱਤੇ ਕਿਰਪਾ ਹੋ ਜਾਂਦੀ, ਜਿਹੜੇ ਗੁਰੂ ਦੀ ਸੰਗਤ ਵਿੱਚ ਜੁੜਦੇ ਹਨ, ਜਿਹੜੇ ਪਰਮਾਤਮਾ ਦੇ ਨਾਮ ਰੰਗ ਵਿੱਚ ਰਤੇ ਜਾਂਦੇ ਨੇ,
ਉਹ ਇਸ ਸੰਸਾਰ ਵਿੱਚ ਰਹਿੰਦੇ ਹੋਏ ਵੀ ਉਸ ਸੱਚੇ ਨੂੰ ਹਰ ਵੇਲੇ ਗਾਉਂਦੇ ਹਨ, ਉਹਦੀ ਸਿਫਤ ਸਲਾਹ ਕਰਦੇ ਥੱਕਦੇ ਨਹੀਂ। ਨਾਨਕ ਸ਼ਰਨ ਦੁਆਰ ਜੇ ਤੁਧ ਭਾਵੇ। ਹੇ ਵਾਹਿਗੁਰੂ, ਨਾਨਕ ਜੀ ਫਰਮਾਉਂਦੇ ਨੇ, ਮੈਂ ਤੁਹਾਡੀ ਸ਼ਰਨ ਵਿੱਚ ਆਇਆ, ਤੁਹਾਡੇ ਦੁਆਰੇ 'ਤੇ ਆਇਆ। ਜੇ ਤੁਧ ਭਾਵੇ, ਜੇ ਤੁਹਾਨੂੰ ਚੰਗਾ ਲੱਗੇ, ਜੇ ਤੁਹਾਡੀ ਕਿਰਪਾ ਹੋ ਜਾਏ, ਜੇ ਤੈਨੂੰ ਚੰਗੇ ਬਖਸ਼ਿਸ਼ ਹੋ ਜਾਏ, ਉਹ ਜੀਵ ਤੁਹਾਡੀ ਸ਼ਰਨ ਵਿੱਚ ਆਉਂਦੇ ਨੇ। ਤਥਾ ਹੇ ਪ੍ਰਭੂ, ਮੈਂ ਤੁਹਾਡੀ ਸ਼ਰਨ ਵਿੱਚ ਆਇਆ। ਨਾਨਕ ਸ਼ਰਨ ਦੁਆਰ ਜੇ ਤੁਧ ਭਾਵੇ। ਜਿਹੜੇ ਜੀਵਾਂ 'ਤੇ ਤੁਹਾਡੀ ਕਿਰਪਾ ਹੋ ਜਾਂਦੀ ਹੈ, ਉਹ ਫਿਰ ਸਾਰੇ ਰਸਾਂ ਕਸਾਂ ਤੋਂ ਉੱਚੇ ਉੱਠ ਕੇ ਤੁਹਾਡੀ ਸ਼ਰਨ ਵਿੱਚ ਆ ਜਾਂਦੇ ਨੇ। ਪੌੜੀ ਜੰਮਣ ਮਰਨ ਤਿੰਨ ਕੋ ਜੋ ਹਰ ਲੜ ਲਾਗੇ। ਉਹਨਾਂ ਜੀਵਾਂ ਨੂੰ ਫਿਰ ਜੰਮਣ ਮਰਨ ਦਾ ਚੱਕਰ ਨਹੀਂ ਪੈਂਦਾ, ਜੋ ਹਰ ਲੜ ਲੱਗੇ, ਜਿਨ੍ਹਾਂ ਨੇ ਵਾਹਿਗੁਰੂ ਦਾ ਪੱਲਾ ਫੜ ਲਿਆ, ਜਿਹੜੇ ਪਰਮਾਤਮਾ ਦੀ ਸ਼ਰਨ ਵਿੱਚ ਆ ਗਏ। ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਬੜੀ ਸਰਲ ਸੌਖੀ ਮਿਸਾਲ ਦੇ ਕੇ ਸਮਝਾਇਆ। ਆਖਿਆ ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬੈਠ, ਜੋ ਧਰ ਰਹੇ ਸੋ ਉਭਰੇ ਨਾਨਕ ਅਜਬ ਡਿਠ। ਆਖਿਆ ਜਿਵੇਂ ਚੱਕੀ ਦੇ ਦੋ ਪੁੜ ਹਨ, ਚੱਕੀ ਦਾਣੇ ਪੀਣ ਵਾਸਤੇ ਵਰਤੀ ਜਾਂਦੀ ਹੈ। ਜਿਤਨੇ ਦਾਣੇ ਪੁੜਾਂ ਦੀ ਮਾਰ ਵਿੱਚ ਆਉਂਦੇ ਹਨ, ਸਭ ਪਿਸ ਜਾਂਦੇ, ਪਰ ਜਿਹੜੇ ਦਾਣੇ ਕਿੱਲੀ ਨਾਲ ਲੱਗ ਜਾਣ, ਉਹ ਪੁੜਾਂ ਦੀ ਮਾਰ ਤੋਂ ਬਚ ਜਾਂਦੇ। ਇਸੇ ਤਰ੍ਹਾਂ ਇਹ ਧਰਤੀ ਤੇ ਅਸਮਾਨ ਦੋ ਚੱਕੀ ਦੇ ਪੁੜ ਹਨ। ਅਸੀਂ ਸਾਰੇ ਜੀਵ ਦਾਣਿਆਂ ਵਾਂਗੂ ਇਹਨਾਂ ਪੁੜਾਂ ਵਿੱਚ ਪਿਸ ਰਹੇ, ਪਰ ਜਿਹੜੇ ਪਰਮਾਤਮਾ ਦੀ ਸ਼ਰਨ ਵਿੱਚ ਆ ਜਾਣਗੇ, ਉਹ ਫਿਰ ਜੰਮਣ ਮਰਨ ਤਿੰਨ ਕੋ ਜੋ ਹਰ ਲੜ ਲਾਗੇ। ਜੀਵਤ ਸੇ ਪਰਵਾਨ ਹੋਏ ਹਰ ਕੀਰਤਨ ਜਾਗੇ। ਜਿਹੜੇ ਹਰੀ ਦੇ ਕੀਰਤਨ ਉਹ ਦੁਆਰਾ ਜਾਗ ਪਏ, ਹੋਸ਼ ਆ ਗਈ, ਉਹ ਜੀਵਤ ਸੇ ਪਰਵਾਨ ਹੋਏ। ਉਹਨਾਂ ਦੇ ਜੀਵਨ ਵਿੱਚ ਉਹਨਾਂ ਨੇ ਉਹ ਚੰਗੇ ਕੰਮ ਕੀਤੇ, ਉਹ ਪਰਵਾਨ ਹੋਏ, ਭਾਵ ਪਰਮਾਤਮਾ ਦੀ ਦਰਗਾਹ ਵਿੱਚ ਕਬੂਲ ਹੋ ਗਏ। ਸਾਧ ਸੰਗ ਜਨ ਪਾਇਆ ਸਹੀ ਵੱਡ ਭਾਗੇ। ਉਹਨਾਂ ਨੂੰ ਫਿਰ ਵੱਡੇ ਭਾਗਾਂ ਵਾਲੇ ਕਿਹਾ ਜਾਂਦਾ, ਜਿਨ੍ਹਾਂ ਨੇ ਗੁਰੂ ਦੀ ਸੰਗਤ ਪ੍ਰਾਪਤ ਕਰ ਲਈ, ਜਿਹੜੇ ਗੁਰੂ ਦੇ ਦੱਸੇ ਰਾਹ 'ਤੇ ਚੱਲ ਪਏ, ਜਿਨ੍ਹਾਂ ਨੇ ਗੁਰੂ ਦੀ ਆਗਿਆ ਮੰਨ ਕੇ ਪ੍ਰਭ ਕੀ ਸ਼ਰਨ ਸਗਲ ਪੈ ਲਾਥੇ। ਦੁੱਖ ਬਿਨ ਤੇ ਸੁਖ ਪਾਇਆ ਦਇਆਲ ਹੋਆ ਪਰ ਬ੍ਰਹਮ ਸੁਆਮੀ। ਪੂਰਾ ਸਤਿਗੁਰ ਧਿਆਇਆ ਸਾਧ ਸੰਗ ਜਿਨ ਪਾਇਆ ਸਈ ਵੱਡ ਭਾਗੇ। ਨਾਏ ਵਿਸਰਿਆ ਤ੍ਰਿਗ ਜੀਵਣਾ। ਨਾਏ ਵਿਸਰਿਆ ਪਰਮਾਤਮਾ ਦੇ ਨਾਮ ਨੂੰ ਭੁੱਲਣ ਕਰਕੇ ਜਿਹੜਾ ਜੀਵਨ ਮੈਂ ਤੁਸੀਂ ਕੋਈ ਵੀ ਜਿਉਂਦਾ, ਉਹ ਤ੍ਰਿਗ ਜੀਵਨ ਹੈ, ਉਹ ਫਿਟਕਾਰਯੋਗ ਹੈ। ਪਾਤਸ਼ਾਹ ਨੇ ਤੇ ਸਪਸ਼ਟ ਕਿਹਾ, ਭਾਈ ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ। ਤ੍ਰਿਗ ਸਰੀਰ ਕੁਟੰਬ ਸਹਿਤ ਸਿਉ, ਜਿਤ ਹੁਣ ਖਸਮ ਨਾ ਪਾਇਆ। ਨਾਏ ਵਿਸਰਿਆ ਤ੍ਰਿਗ ਜੀਵਣਾ। ਟੂਟੇ ਕੱਚ ਧਾਗੇ, ਉਹ ਕੱਚੇ ਧਾਗੇ ਵਾਂਗੂ ਟੁੱਟ ਜਾਂਦੇ ਹਨ। ਨਾਨਕ ਧੂੜ ਪੁਨੀਤ ਸਾਧ ਲੱਖ ਕੋਟ ਫਿਰਾਗੇ। ਨਾਨਕ ਜੀ ਫਰਮਾਉਂਦੇ ਨੇ, ਪਰਮਾਤਮਾ ਦਾ ਜਿੱਥੇ ਨਾਮ ਜਪਿਆ ਜਾਂਦਾ, ਭਾਵ ਸਾਧ ਸੰਗਤ ਦੇ ਅੰਦਰ ਜੁੜਨਾ, ਨਾਮ ਜਪਣਾ, ਤੇ ਸਾਧ ਸੰਗਤ ਦੀ ਜਿਹੜੀ ਚਰਨ ਧੂੜ ਹੈ, ਇਹ ਪੁਨੀਤ ਕਰ ਦਿੰਦੀ। ਔਰ ਕਿਤਨੀ ਪੁਨੀਤ ਹੈ, ਲੱਖ ਕੋਟ ਫਿਰਾਗੇ। ਸਨਾਤਨ ਮਤ ਦੇ ਅੰਦਰ ਪ੍ਰਯਾਗ ਰਾਜ ਇੱਕ ਤੀਰਥ ਹੈ, ਜਿੱਥੇ ਸੰਗਮ ਹੁੰਦਾ ਤਿੰਨ ਨਦੀਆਂ ਦਾ। ਕਹਿੰਦੇ ਨੇ ਉੱਥੇ ਜਿਹੜਾ ਇਸ਼ਨਾਨ ਕਰੇ ਉਹਦੇ ਪਾਪ ਕੱਟੇ ਜਾਂਦੇ, ਪਰ ਮਹਾਰਾਜ ਕਹਿੰਦੇ ਨਹੀਂ, ਸਾਧ ਸੰਗਤ ਤਥਾ ਗੁਰਮੁਖਾਂ ਦੀ ਚਰਨ ਧੂੜ ਜਿਹੜੀ ਆ, ਉਹਦਾ ਮੁਕਾਬਲਾ ਲੱਖ ਕਰੋੜ ਪ੍ਰਯਾਗ ਰਾਜ ਵੀ ਨਹੀਂ ਕਰ ਸਕਦੇ। ਇਸ ਲਈ ਸਾਨੂੰ ਗੁਰੂ ਮਹਾਰਾਜ ਨੇ
ਇਹ ਮਤ ਬਖਸ਼ਿਸ਼ ਕੀਤੀ ਹੈ। ਆਓ ਨਿਤਾ ਪ੍ਰਤੀ ਗੁਰੂ ਦੀ ਸੰਗਤ ਵਿੱਚ ਜੁੜੋ, ਬਾਣੀ ਪੜ੍ਹੋ, ਪਰਮਾਤਮਾ ਦੀ ਕੀਰਤੀ ਕਰੋ ਤੇ ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਉਹਦਾ ਸਿਮਰਨ ਕਰੋ। ਫਿਰ ਸਾਰੇ ਦੁੱਖ ਕੱਟੇ ਜਾਣਗੇ ਔਰ ਦੈਵੀ ਗੁਣ ਪੈਦਾ ਹੋ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।